ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਦੇ ਉੱਪਰ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੜ੍ਹ ਕਾਰਨ ਲੋਕ ਪ੍ਰਭਾਵਿਤ, ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਿਹਾ ਲੰਗਰ ਤਿਆਰ, ਸਰਕਾਰ ਵੀ ਮਦਦ ਭੇਜਣ ਦੇ ਲਈ ਹੋਈ ਤਿਆਰ। ਯਾਤਰੀਆਂ ਦੀ ਮੰਗ ਹੋਈ ਪੂਰੀ, PCR ਟੈਸਟ ਤੋਂ ਮਿਲ ਸਕਦੀ ਹੈ ਰਾਹਤ। ਟਰੂਡੋ ਦਾ 9 ਸੂਬਿਆਂ ਦੇ ਨਾਲ ਹੋਇਆ ਕਰਾਰ, ਟਰੂਡੋ ਨੇ ਚਾਈਲਡ ਕੇਅਰ ਬਾਰੇ ਚੁੱਕਿਆ ਕਦਮ। ਕੈਨੇਡਾ 'ਚ ਮਹਿੰਗਾਈ ਦਰ ਦੇ ਟੁੱਟੇ ਰਿਕਾਰਡ, 18 ਸਾਲਾਂ ਬਾਅਦ ਹੁਣ ਹੋਇਆ ਰਿਕਾਰਡ ਵਾਧਾ। ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸੇ ਹੜ੍ਹ ਦੇ ਕਾਰਨ ਪ੍ਰਭਾਵਿਤ ਨੇ, ਜਿੱਥੋਂ ਫਸੇ ਹੋਏ ਲੋਕਾਂ ਨੂੰ ਲਗਾਤਾਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੈਡਰਲ ਸਰਕਾਰ ਵੱਲੋਂ ਵੀ ਮਦਦ ਦੇ ਬਾਰੇ ਜਾਣਕਾਰੀ ਦਿੱਤੀ ਗਈ, ਪਰ ਦੂਜੇ ਪਾਸੇ ਸਰੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੜ੍ਹ ਪੀੜਤਾਂ ਨੂੰ ਲੰਗਰ ਭੇਜਣ ਦੇ ਵਾਸਤੇ ਵੀ ਜੋ ਸ਼ੁਰੂਆਤ ਹੈ ਉਹ ਕਰ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਜਿਹੜੇ ਲੋਕ ਇੱਥੇ ਹੜ੍ਹ ਦੇ ਕਾਰਨ ਪ੍ਰਭਾਵਿਤ ਨੇ ਉਹਨਾਂ ਨੂੰ ਹੈਲੀਕਾਪਟਰ ਦੀ ਮਦਦ ਦੇ ਨਾਲ ਭੇਜਿਆ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਥਾਵਾਂ ਦੇ ਉੱਪਰ ਜੋ ਇਵੈਕੂਏਸ਼ਨ ਚਲਾਈ ਜਾ ਰਹੀ ਹੈ, ਇੱਥੇ ਕੈਨੇਡੀਅਨ ਆਰਮਡ ਫੋਰਸਿਸ ਮਦਦ ਦੇ ਵਾਸਤੇ ਪਹੁੰਚੇਗੀ। ਜੀ ਹਾਂ, ਫੈਡਰਲ ਸਰਕਾਰ ਵੱਲੋਂ ਇਸ ਸੰਬੰਧੀ ਅਪਰੂਵਲ ਦੇ ਦਿੱਤਾ ਗਿਆ ਹੈ। ਹੁਣ ਜਿਹੜੇ ਖੇਤਰਾਂ ਦੇ ਵਿੱਚ ਇਸ ਸਮੇਂ ਹੜ੍ਹ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ, ਉਨ੍ਹਾਂ ਥਾਵਾਂ ਦੇ ਉੱਪਰ ਕੈਨੇਡੀਅਨ ਆਰਮਡ ਫੋਰਸਿਸ ਵੱਲੋਂ ਬ੍ਰਿਟਿਸ਼ ਕੋਲੰਬੀਆ ਪਰਸਨਸ ਨੂੰ ਅਸਿਸਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਸਰੀ ਦੇ ਗੁਰਦੁਆਰਾ ਸਾਹਿਬ ਤੋਂ ਵੋਲੰਟੀਅਰਸ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਖਾਣਾ ਭੇਜਿਆ ਜਾ ਰਿਹਾ ਹੈ। ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ 3000 ਮੀਲ ਤਿਆਰ ਕੀਤੇ ਗਏ ਨੇ, ਜਿਨ੍ਹਾਂ ਨੂੰ ਹੈਲੀਕਾਪਟਰ ਦੇ ਰਾਹੀਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਭੇਜਿਆ ਜਾਵੇਗਾ। ਦੂਜੇ ਪਾਸੇ ਜੋ ਫੈਡਰਲ ਸਰਕਾਰ ਵੱਲੋਂ ਮਦਦ ਭੇਜੀ ਜਾ ਰਹੀ ਹੈ, ਉਸ ਬਾਰੇ ਮਿਨਿਸਟਰ ਆਫ ਐਮਰਜੈਂਸੀ ਪ੍ਰੀਪੇਅਰਡਨੈਸ ਬਿਲ ਬਲੇਅਰ ਵੱਲੋਂ ਟਵਿੱਟਰ ਦੇ ਉੱਪਰ ਜਾਣਕਾਰੀ ਦਿੱਤੀ ਗਈ। ਇਸ ਵਿੱਚ ਉਨ੍ਹਾਂ ਵੱਲੋਂ 에ਅਰ ਫੋਰਸ ਮੈਂਬਰਸ ਦੇ ਵੱਲੋਂ ਜੋ ਮਦਦ ਕੀਤੀ ਜਾਵੇਗੀ ਉਸ ਦਾ ਜ਼ਿਕਰ ਕੀਤਾ ਗਿਆ। ਇਸ ਬਾਰੇ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਦਾ ਵੀ ਟਵੀਟ ਸਾਹਮਣੇ ਆਇਆ, ਜਿੱਥੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੈਨੇਡੀਅਨ ਫੋਰਸ ਦੇ ਵੱਲੋਂ ਮਦਦ ਕੀਤੀ ਜਾਵੇਗੀ। ਇੱਥੇ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਉਨ੍ਹਾਂ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। Extremely concerned about the situation in British Columbia right now, and quite frankly, what hundreds of families are going through. Thousands of people affected across the province by these extreme weather events. As a government, we've been liaising closely with the government of British Columbia, providing supports in any way we can, and we will continue to be there. I'm supposed to be speaking with Premier Horgan a little later this evening to make sure that he knows what our ministers have been saying, which is we are there to help in any way, shape or form we possibly. ਕੈਨੇਡਾ ਸਰਕਾਰ ਤੋਂ ਯਾਤਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ PCR ਟੈਸਟ ਦੀ ਰਿਕੁਆਇਰਮੈਂਟ ਨੂੰ ਹਟਾਇਆ ਜਾਵੇ। ਫੁੱਲੀ ਵੈਕਸੀਨੇਟਡ ਕੈਨੇਡੀਅਨਸ ਨੂੰ ਇਸ ਸੰਬੰਧੀ ਰਾਹਤ ਦਿੱਤੀ ਜਾਵੇ। ਇਹ ਗੱਲ ਯਾਤਰੀ ਲਗਾਤਾਰ ਕਹਿੰਦੇ ਹੋਏ ਦਿਖਾਈ ਦੇ ਰਹੇ ਸਨ, ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲ ਰਿਹਾ ਹੈ ਕਿ ਕੈਨੇਡਾ ਸਰਕਾਰ ਇਸ ਸੰਬੰਧੀ ਫੈਸਲਾ ਐਲਾਨ ਕਰ ਸਕਦੀ ਹੈ। ਇਹ ਐਲਾਨ ਸ਼ੁੱਕਰਵਾਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਦੇ ਵਿੱਚ PCR ਟੈਸਟ ਰਿਕੁਆਇਰਮੈਂਟ ਨੂੰ ਡ੍ਰੌਪ ਕੀਤਾ ਜਾ ਸਕਦਾ ਹੈ। ਪਰ ਕਿਹਨਾਂ ਵਾਸਤੇ ਇਹ ਕੀਤਾ ਜਾਵੇਗਾ, ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਆਉਣ ਵਾਲੇ ਯਾਤਰੀਆਂ ਵੱਲੋਂ PCR ਟੈਸਟ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਇਨ੍ਹਾਂ ਯਾਤਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਫੁੱਲੀ ਵੈਕਸੀਨੇਟਡ ਨੂੰ PCR ਟੈਸਟ ਤੋਂ ਰਾਹਤ ਦਿੱਤੀ ਜਾਵੇ। ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਕੁਝ ਨੂੰ PCR ਟੈਸਟ ਤੋਂ ਰਾਹਤ ਦਿੱਤੀ ਜਾਵੇਗੀ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ। ਅਜੇ ਇਸ ਬਾਰੇ ਆਫੀਸ਼ੀਅਲ ਅਨਾਉਂਸਮੈਂਟ ਹੋਣੀ ਬਾਕੀ ਹੈ। ਜੋ ਹੁਣ ਤੱਕ ਇਸ ਬਾਰੇ ਇਨਫੋਰਮੇਸ਼ਨ ਆਈ ਹੈ, ਉਸ ਦੇ ਮੁਤਾਬਕ ਜਿਹੜੇ ਫੁੱਲੀ ਵੈਕਸੀਨੇਟਡ ਹਨ, ਉਹਨਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਸਮੇਂ PCR ਟੈਸਟ ਤੋਂ ਰਾਹਤ ਦਿੱਤੀ ਜਾਵੇਗੀ। ਇਹ ਨਿਯਮ ਕੈਨੇਡੀਅਨ ਸਿਟੀਜ਼ਨ ਅਤੇ PR ਦੇ ਉੱਪਰ ਲਾਗੂ ਹੋਵੇਗਾ, ਜਿਨ੍ਹਾਂ ਨੂੰ ਫੁੱਲੀ ਵੈਕਸੀਨੇਟਡ ਹੋਣ ਤੇ PCR ਟੈਸਟ ਤੋਂ ਰਾਹਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜਿਨ੍ਹਾਂ ਦੀ ਯਾਤਰਾ 72 ਘੰਟੇ ਤੋਂ ਵੱਧ ਸਮੇਂ ਦੀ ਹੋਵੇਗੀ, ਉਹਨਾਂ ਨੂੰ PCR ਟੈਸਟ ਦਿਖਾਉਣਾ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ PCR ਟੈਸਟ ਦੇ ਨਾਲ ਸੰਬੰਧਿਤ ਇਹ ਫੈਸਲਾ ਇਸ ਮਹੀਨੇ ਦੇ ਆਖਿਰ ਦੇ ਵਿੱਚ ਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡੀਅਨਸ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਕੁਝ ਸਮੇਂ ਦੇ ਲਈ ਦੇਸ਼ ਤੋਂ ਬਾਹਰ ਜਾਂਦੇ ਨੇ ਤੇ ਜਿਹੜੇ ਫੁੱਲੀ ਵੈਕਸੀਨੇਟਡ ਹਨ, ਉਹਨਾਂ ਨੂੰ PCR ਟੈਸਟ ਤੋਂ ਰਾਹਤ ਦਿੱਤੀ ਜਾਵੇ, ਕਿਉਂਕਿ ਇਹ ਟੈਸਟ ਕਰਵਾਉਣ ਦੇ ਉੱਪਰ $300 ਤੱਕ ਦਾ ਖਰਚ ਆਉਂਦਾ ਹੈ। ਜੇਕਰ ਇੱਕ ਪਰਿਵਾਰ ਕਿਤੇ ਘੁੰਮਣ ਦੇ ਲਈ ਜਾਂਦਾ ਹੈ ਤੇ ਜਦੋਂ ਉਹ ਵਾਪਸ ਆਵੇ ਤਾਂ ਫਿਰ ਉਹਨਾਂ ਨੂੰ ਜ਼ਿਆਦਾ ਟੈਸਟ ਦੇ ਉੱਪਰ ਪੈਸੇ ਲਗਾਉਣੇ ਪੈਂਦੇ ਹਨ। ਇਸ ਕਰਕੇ ਯਾਤਰੀਆਂ ਦੇ ਵੱਲੋਂ ਤਾਂ ਮੰਗ ਕੀਤੀ ਜਾ ਰਹੀ ਸੀ, ਪਰ ਦੂਜੇ ਪਾਸੇ ਮਾਹਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕੈਨੇਡਾ ਸਰਕਾਰ ਨੂੰ ਫੁੱਲੀ ਵੈਕਸੀਨੇਟਡ ਨੂੰ PCR ਟੈਸਟ ਤੋਂ ਰਾਹਤ ਦਿੱਤੀ ਜਾਣੀ ਹੈ। ਉਨ੍ਹਾਂ ਵੱਲੋਂ ਰੈਪਿਡ ਟੈਸਟਿੰਗ ਦਾ ਆਪਸ਼ਨ ਦਿੱਤਾ ਗਿਆ ਸੀ। ਮਾਹਿਰਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਮਰੀਕਾ ਵਰਗੇ ਕਈ ਅਜਿਹੇ ਦੇਸ਼ ਨੇ ਜਿੱਥੇ ਰੈਪਿਡ ਟੈਸਟ ਨੂੰ ਮਨਜ਼ੂਰ ਕੀਤਾ ਜਾ ਰਿਹਾ ਹੈ ਤੇ ਕੈਨੇਡਾ ਸਰਕਾਰ ਵੀ ਇਸ ਤਰ੍ਹਾਂ ਦਾ ਕਦਮ ਚੁੱਕ ਸਕਦੀ ਹੈ ਤਾਂ ਕਿ ਯਾਤਰੀਆਂ ਦੀ ਜੇਬ ਦੇ ਉੱਪਰ ਵੀ ਜ਼ਿਆਦਾ ਬੋਝ ਨਾ ਪਵੇ ਤੇ ਆਸਾਨੀ ਦੇ ਨਾਲ ਉਹਨਾਂ ਨੂੰ ਵੀ ਕੈਨੇਡਾ ਦੇ ਵਿੱਚ ਐਂਟਰੀ ਮਿਲ ਜਾਵੇ।
ਤੇ ਹੁਣ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਮਹੀਨੇ ਦੇ ਆਖਿਰ ਦੇ ਵਿੱਚ ਨਵੇਂ ਨਿਯਮ ਐਲਾਨੇ ਜਾ ਸਕਦੇ ਹਨ, ਜਿਸ ਵਿੱਚ ਕੈਨੇਡੀਅਨ ਸਿਟੀਜ਼ਨ PR ਜਿਹੜੇ ਫੁੱਲੀ ਵੈਕਸੀਨੇਟਡ ਹਨ ਉਹਨਾਂ ਨੂੰ PCR ਟੈਸਟ ਤੋਂ ਰਾਹਤ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚਾਈਲਡ ਕੇਅਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਸੰਬੰਧੀ 9 ਸੂਬੇ ਅਤੇ ਟੈਰੀਟਰੀਜ਼ ਦੇ ਨਾਲ ਐਗਰੀਮੈਂਟ ਕੀਤਾ ਗਿਆ, ਜਿਸ ਬਾਰੇ ਜਾਣਕਾਰੀ ਸਾਂਝੀ ਕਰਦੇ ਉਹ ਦਿਖਾਈ ਦਿੱਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਸ ਬਾਰੇ ਹੋਰ ਕੀ ਕਹਿਣਾ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਸਰਕਾਰ ਵੱਲੋਂ 9 ਪ੍ਰੋਵਿੰਸਸ ਅਤੇ ਟੈਰੀਟਰੀਜ਼ ਦੇ ਨਾਲ ਇੱਕ ਐਗਰੀਮੈਂਟ ਕੀਤਾ ਗਿਆ ਜੋ ਕਿ ਚਾਈਲਡ ਕੇਅਰ ਦੇ ਨਾਲ ਜੁੜਿਆ ਹੋਇਆ ਹੈ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਅਗਲੇ ਸਾਲ ਤੱਕ ਫੀਸ ਨੂੰ ਅੱਧਾ ਕਰਨ ਸੰਬੰਧੀ 9 ਪ੍ਰੋਵਿੰਸਸ ਅਤੇ ਟੈਰੀਟਰੀਜ਼ ਦੇ ਨਾਲ ਇੱਕ ਐਗਰੀਮੈਂਟ ਸਾਈਨ ਕੀਤਾ ਗਿਆ ਹੈ। ਇਸ ਦਾ ਮਕਸਦ ਹੋਵੇਗਾ ਕਿ 2026 ਤੱਕ $10 ਪ੍ਰਤੀ ਦਿਨ ਚਾਈਲਡ ਕੇਅਰ ਨੂੰ ਸੱਚਾਈ ਬਣਾਇਆ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਸੀਂ ਉਦੋਂ ਤੱਕ ਕੰਮ ਜਾਰੀ ਰੱਖਾਂਗੇ ਜਦੋਂ ਤੱਕ ਸਾਰੇ ਮਾਂ-ਬਾਪ ਇਸ ਅਫੋਰਡੇਬਲ ਚਾਈਲਡ ਕੇਅਰ ਨੂੰ ਐਕਸੈਸ ਨਹੀਂ ਕਰ ਲੈਂਦੇ। ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਜਾਣਕਾਰੀ ਦਿੱਤੀ ਗਈ, ਉਹਨਾਂ ਦੇ ਨਾਲ ਡਿਪਟੀ ਪ੍ਰਾਈਮ ਮਿਨਿਸਟਰ ਵੀ ਮੌਜੂਦ ਸਨ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹੋਰ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Childcare agreements with 9 provinces and territories, the most recent one being Alberta, which means 60% of Canadian families are now covered with a reduction in fees of 50% next year and $10 a day childcare within 5 years. This is a big step forward and we're really excited about what it means for families. There's still more work to do, but I'm so proud to be here with Karina Gold who's making it happen. This is so exciting because for families it means thousands of dollars in savings. Childcare is one of the biggest costs for young families. It's going to enable more kids to get high quality childcare and it's going to allow parents to get back to work, especially women. This is very exciting for the 60% of kids that are covered across the country. It's not just good for families, it's also good for the economy, right Christia? That is so true, Prime Minister. And look, I know you're a feminist, I'm a feminist too. This is a policy Canadian feminists have been fighting for more than 50 years, and I am so glad we are getting it done. But I'm also a finance minister, and I can tell you this is a hugely powerful economic policy. Our economists at the Department of Finance say this is going to be the biggest boost for the Canadian economy since the NAFTA free trade agreement. So jobs and growth, affordability for Canadian families. Still some work to do to make sure all Canadian families are covered, so we're going to keep working on these deals and make sure we're moving forward into a brighter future for everyone. ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਾਲਾਨਾ ਮਹਿੰਗਾਈ ਦਰ ਦੇ ਬਾਰੇ ਜਾਣਕਾਰੀ ਦਿੱਤੀ ਗਈ। ਜਾਣਕਾਰੀ ਦੇ ਮੁਤਾਬਕ ਕਈ ਸਾਲਾਂ ਦੇ ਰਿਕਾਰਡ ਟੁੱਟੇ ਹਨ। ਜੀ ਹਾਂ, ਜੋ ਐਨੂਅਲ ਇਨਫਲੇਸ਼ਨ ਰੇਟ ਅਕਤੂਬਰ ਮਹੀਨੇ ਦਰਜ ਕੀਤਾ ਗਿਆ ਉਸਨੇ 18 ਸਾਲਾਂ ਦੇ ਰਿਕਾਰਡ ਤੋੜ ਦਿੱਤੇ। ਇਸ ਬਾਰੇ ਕੀ ਹੋਰ ਜਾਣਕਾਰੀ ਸਾਹਮਣੇ ਆਈ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਵਿੱਚ ਐਨੂਅਲ ਇਨਫਲੇਸ਼ਨ ਰੇਟ ਕੀ ਰਹੀ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਤਾਜ਼ਾ ਜਾਣਕਾਰੀ ਦੇ ਮੁਤਾਬਕ ਸਾਲਾਨਾ ਮਹਿੰਗਾਈ ਦਰ 4.7% ਦੇ ਰਿਕਾਰਡ ਪੱਧਰ ਦੇ ਉੱਪਰ ਪਹੁੰਚ ਗਈ। ਜੋ ਅੰਕੜਾ ਸਾਹਮਣੇ ਆਇਆ ਹੈ ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਬੀਤੇ 18 ਸਾਲ ਦਾ ਇਹ ਸਭ ਤੋਂ ਵੱਡਾ ਉਛਾਲ ਹੈ। ਦਰਅਸਲ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਐਨੂਅਲ ਇਨਫਲੇਸ਼ਨ ਰੇਟ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਜੋ ਤਾਜ਼ਾ ਅੰਕੜੇ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਾਂਝੇ ਕੀਤੇ ਗਏ ਉਸ ਦੇ ਮੁਤਾਬਕ ਫਰਵਰੀ 2003 ਤੋਂ ਬਾਅਦ ਪਹਿਲੀ ਵਾਰੀ ਐਨੂਅਲ ਇਨਫਲੇਸ਼ਨ ਰੇਟ ਸਭ ਤੋਂ ਵੱਡੇ ਪੱਧਰ ਦੇ ਉੱਪਰ ਪਹੁੰਚ ਗਈ ਹੈ। ਅਕਤੂਬਰ ਮਹੀਨੇ ਦੌਰਾਨ ਮਹਿੰਗਾਈ ਦਰ 4.7% ਦਰਜ ਕੀਤੀ ਗਈ। ਜਾਣਕਾਰੀ ਮੁਤਾਬਕ ਆਵਾਜਾਈ ਦੀਆਂ ਕੀਮਤਾਂ ਦੇ ਵਿੱਚ ਜੋ ਤੇਜ਼ੀ ਦੇ ਨਾਲ ਮਹਿੰਗਾਈ ਦਰ ਆਈ ਹੈ ਉਸ ਦੇ ਕਾਰਨ ਇਨਫਲੇਸ਼ਨ ਰੇਟ ਦੇ ਵਿੱਚ ਉਛਾਲ ਦੇਖਿਆ ਜਾ ਰਿਹਾ ਹੈ। ਇਨ੍ਹਾਂ ਕੀਮਤਾਂ 'ਚ ਪਿਛਲੇ ਸਾਲ ਦੇ ਮੁਕਾਬਲੇ 10% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਗੈਸ ਦੀਆਂ ਜੋ ਵੱਧ ਰਹੀਆਂ ਕੀਮਤਾਂ ਹਨ ਉਹਨਾਂ ਕਾਰਨ ਵੀ ਇਨਫਲੇਸ਼ਨ ਰੇਟ ਦੇ ਉੱਪਰ ਅਸਰ ਪਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਬੀਤੇ ਅਕਤੂਬਰ ਵਿੱਚ ਗੈਸ ਦੀਆਂ ਕੀਮਤਾਂ 41.7% ਤੱਕ ਵੱਧ ਹੋਈਆਂ ਨੇ। ਇਸ ਤੋਂ ਇਲਾਵਾ ਜੋ ਨਵੇਂ ਵਹੀਕਲ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਜੋ ਵਾਧਾ ਹੋਇਆ ਉਸ ਦਾ ਵੀ ਇੱਕ ਅਹਿਮ ਯੋਗਦਾਨ ਇਸ ਵਿੱਚ ਰਿਹਾ। ਕਾਰਾਂ ਦੀਆਂ ਕੀਮਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 6.1% ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਕੈਨੇਡੀਅਨਸ ਦੇ ਗ੍ਰੋਸਰੀ ਬਿੱਲ ਵਿੱਚ ਤਕਰੀਬਨ 3.9% ਦਾ ਸਾਲਾਨਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜੋ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਲੇਬਰ ਦੀ ਜੋ ਸ਼ਾਰਟੇਜ ਹੈ ਉਸ ਕਾਰਨ ਪ੍ਰੋਡਕਸ਼ਨ ਦੇ ਵਿੱਚ ਕਮੀ ਆਈ ਹੈ, ਜਿਸ ਕਰਕੇ ਇਸ ਦੇ ਨਾਲ ਸਪਲਾਈ ਚੇਨ ਪ੍ਰਭਾਵਿਤ ਹੋਈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨ ਓਟੂਲ ਦੀ ਲੀਡਰਸ਼ਿਪ ਨੂੰ ਲੈ ਕੇ ਸੈਨੇਟਰ ਦੇ ਵੱਲੋਂ ਸਵਾਲ ਚੁੱਕੇ ਗਏ ਤਾਂ ਉਸ ਦੇ ਉੱਪਰ ਕਾਰਵਾਈ ਹੋ ਗਈ।
ਕੰਜ਼ਰਵੇਟਿਵ ਪਾਰਟੀ ਦੇ ਲੀਡਰ ਓਟੂਲ ਦੇ ਵੱਲੋਂ ਉਸ ਸੈਨੇਟਰ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਜਿਸ ਨੇ ਲੀਡਰਸ਼ਿਪ ਨੂੰ ਰਿਵਿਊ ਕਰਨ ਸੰਬੰਧੀ ਪਟੀਸ਼ਨ ਦੀ ਸ਼ੁਰੂਆਤ ਕੀਤੀ ਸੀ। ਜੀ ਹਾਂ, ਇੱਕ ਮਾਮਲਾ ਅਜਿਹਾ ਸਾਹਮਣੇ ਆਇਆ ਜਿੱਥੇ ਸੈਨੇਟਰ ਦੇ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂਲ ਦੀ ਲੀਡਰਸ਼ਿਪ ਨੂੰ ਲੈ ਕੇ ਸਵਾਲ ਖੜੇ ਕੀਤੇ। ਹੁਣ ਇਸ ਦੇ ਉੱਪਰ ਕਾਰਵਾਈ ਓਟੂਲ ਦੇ ਵੱਲੋਂ ਕੀਤੀ ਗਈ ਹੈ ਜਿਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਜਿਸ ਸੈਨੇਟਰ ਵੱਲੋਂ ਓਟੂਲ ਦੀ ਲੀਡਰਸ਼ਿਪ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਸਨ ਉਸ ਨੂੰ ਓਟੂਲ ਵੱਲੋਂ ਕੰਜ਼ਰਵੇਟਿਵ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ। ਜੀ ਹਾਂ, ਲੀਡਰਸ਼ਿਪ ਦੇ ਉੱਪਰ ਸਵਾਲ ਚੁੱਕਣ ਵਾਲੀ ਸੈਨੇਟਰ ਉੱਪਰ ਓਟੂਲ ਨੇ ਕਾਰਵਾਈ ਕੀਤੀ ਹੈ। ਹੁਣ ਉਹਨਾਂ ਨੂੰ ਕਾਕਸ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਦਰਅਸਲ ਸਸਕੈਚੁਅਨ ਤੋਂ ਸੈਨੇਟਰ ਜਿਸ ਦਾ ਨਾਮ ਡਿਨਿਸ਼ ਬੈਟਰਸ ਹੈ ਉਹਨਾਂ ਵੱਲੋਂ ਕੰਜ਼ਰਵੇਟਿਵ ਲੀਡਰ ਐਰੀਨੋ ਟੂਲ ਦੀ ਲੀਡਰਸ਼ਿਪ ਦੇ ਉੱਪਰ ਸਵਾਲ ਚੁੱਕੇ ਗਏ ਸਨ। ਉਹਨਾਂ ਵੱਲੋਂ ਓਟੂਲ ਨੂੰ ਲੀਡਰ ਦੇ ਅਹੁਦੇ ਤੋਂ ਹਟਾਉਣ ਦੇ ਵਾਸਤੇ ਰਿਵਿਊ ਪਟੀਸ਼ਨ ਸ਼ੁਰੂ ਕੀਤੀ ਗਈ ਸੀ। ਹੁਣ ਇਸ ਮਾਮਲੇ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਮੈਂ ਬਰਦਾਸ਼ਤ ਨਹੀਂ ਕਰਾਂਗਾ ਕਿ ਇੱਕ ਵਿਅਕਤੀ ਪੂਰੇ ਕੰਜ਼ਰਵੇਟਿਵ ਕਾਕਸ ਨੂੰ ਬਦਨਾਮ ਕਰੇ। ਸੈਨੇਟ ਦੇ ਕੰਜ਼ਰਵੇਟਿਵ ਕਾਕਸ ਦੀ ਇੱਕ ਵਰਚੁਅਲ ਮੀਟਿੰਗ ਦੇ ਕੁਝ ਸਮਾਂ ਪਹਿਲਾਂ ਓਟੂਲ ਦੇ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਸੀ। ਹੁਣ ਇਸ ਤੋਂ ਬਾਅਦ ਜਿਸ ਸੈਨੇਟਰ ਨੂੰ ਕਾਕਸ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਉਹਨਾਂ ਕਿਹਾ ਕਿ ਉਹਨਾਂ ਨੂੰ ਇੱਕ ਟੈਲੀਫੋਨ ਦੇ ਮੈਸੇਜ ਤੋਂ ਪਤਾ ਚੱਲਿਆ ਕਿ ਉਹਨਾਂ ਨੂੰ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਬਾਰੇ ਬੈਟਰਸ ਦੀ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਉਹਨਾਂ ਲਿਖਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੂੰ ਇੱਕ ਆਵਾਜ਼ ਦੇਣ ਕਾਰਨ ਅੱਜ ਓਟੂਲ ਨੇ ਮੈਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਮੈਂ ਅਜਿਹੇ ਲੀਡਰ ਤੋਂ ਚੁੱਪ ਨਹੀਂ ਰਹਾਂਗੀ। ਉਹਨਾਂ ਅੱਗੇ ਕਿਹਾ ਕਿ ਸਭ ਤੋਂ ਜ਼ਰੂਰੀ ਗੱਲ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਮੈਂਬਰਾਂ ਦੀ ਇੱਛਾ ਨੂੰ ਨਹੀਂ ਦਬਾ ਸਕਦੇ। ਇੱਥੇ ਦੱਸ ਦਈਏ ਕਿ ਜਿਸ ਰਿਵਿਊ ਪਟੀਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਜਾਣਕਾਰੀ ਮੁਤਾਬਕ ਉਸ ਪਟੀਸ਼ਨ ਦੇ ਉੱਪਰ 2000 ਦਸਤਖਤ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ 20 ਸਤੰਬਰ ਨੂੰ ਜੋ ਫੈਡਰਲ ਚੋਣਾਂ ਹੋਈਆਂ ਇਸ ਤੋਂ ਬਾਅਦ ਜੋ ਚੋਣ ਨਤੀਜੇ ਸਾਹਮਣੇ ਆਏ ਉਸ ਤੋਂ ਬਾਅਦ ਓਟੂਲ ਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ। ਕਈਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੀ ਲੀਡਰਸ਼ਿਪ ਨੂੰ ਰਿਵਿਊ ਕੀਤਾ ਜਾਣਾ ਚਾਹੀਦਾ ਹੈ ਪਰ ਹੁਣ ਜਿਸ ਸੈਨੇਟਰ ਦੇ ਵੱਲੋਂ ਉਹਨਾਂ ਦੇ ਖਿਲਾਫ ਇੱਕ ਰਿਵਿਊ ਪਟੀਸ਼ਨ ਸ਼ੁਰੂ ਕੀਤੀ ਗਈ ਉਸ ਸੈਨੇਟਰ ਉੱਪਰ ਓਟੂਲ ਵੱਲੋਂ ਕਾਰਵਾਈ ਕਰਦਿਆਂ ਉਸ ਨੂੰ ਕਾਕਸ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਜਿਸ ਦੀ ਜਾਣਕਾਰੀ ਖੁਦ ਵੀ ਉਹਨਾਂ ਵੱਲੋਂ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਸ ਟੈਕ ਡਰਾਅ ਦੇ ਵਿੱਚ ਸੂਬੇ ਵੱਲੋਂ ਕਈ ਇਨਵੀਟੇਸ਼ਨ ਜਾਰੀ ਕੀਤੇ ਗਏ। ਨਵੰਬਰ ਮਹੀਨੇ ਵਿੱਚ ਜੋ ਹੁਣ ਬ੍ਰਿਟਿਸ਼ ਕੋਲੰਬੀਆ ਵੱਲੋਂ ਇਹ ਡਰਾਅ ਕੱਢਿਆ ਗਿਆ ਇਸ ਦੇ ਵਿੱਚ 87 ਉਮੀਦਵਾਰਾਂ ਦੀ ਕਿਸਮਤ ਝਾਕੀ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ BC-PNP ਟੈਕ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ 87 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਇਨਵੀਟੇਸ਼ਨ ਹਾਸਲ ਹੋਏ ਨੇ। ਇਹ ਡਰਾਅ ਬ੍ਰਿਟਿਸ਼ ਕੋਲੰਬੀਆ ਵੱਲੋਂ 16 ਨਵੰਬਰ ਨੂੰ ਕੱਢਿਆ ਗਿਆ ਜਿੱਥੇ 87 ਟੈਕ ਵਰਕਰਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਵਾਸਤੇ ਅਪਲਾਈ ਕਰਨ ਦਾ ਮੌਕਾ ਮਿਲਿਆ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ PNP ਟੈਕ ਦੇ ਜ਼ਰੀਏ ਇਨਵੀਟੇਸ਼ਨ ਦਿੱਤੇ ਗਏ ਜੋ ਕਿ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਅਧੀਨ ਆਉਣ ਵਾਲਾ ਸਟ੍ਰੀਮ ਹੈ। ਹੁਣ ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਨੇ ਉਹਨਾਂ ਵਾਸਤੇ ਜ਼ਰੂਰੀ ਸੀ ਕਿ ਉਹ ਬ੍ਰਿਟਿਸ਼ ਕੋਲੰਬੀਆ ਐਕਸਪ੍ਰੈਸ ਐਂਟਰੀ BC ਅਤੇ ਸਕਿੱਲਸ ਇਮੀਗ੍ਰੇਸ਼ਨ ਕੈਟੇਗਰੀਜ਼ ਦੀ ਰਿਕੁਆਇਰਮੈਂਟ ਨੂੰ ਪੂਰਾ ਕਰ ਸਕਣ। ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਹਨ ਉਹ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਬ ਕੈਟੇਗਰੀ ਦੇ ਵਿੱਚੋਂ ਸਨ। ਉਮੀਦਵਾਰਾਂ ਦੇ ਕੋਲ ਘੱਟੋ ਘੱਟ 75 ਪ੍ਰੋਵਿੰਸ਼ੀਅਲ ਸਕੋਰਸ ਹੋਣੇ ਜ਼ਰੂਰੀ ਸਨ। ਹੁਣ ਇਹਨਾਂ ਇਨਵਾਈਟਡ ਕੈਂਡੀਡੇਟਸ ਦੇ ਕੋਲ 3 ਦਿਨ ਦਾ ਸਮਾਂ ਹੋਵੇਗਾ ਕਿ ਉਹ ਨੋਮੀਨੇਸ਼ਨ ਦੇ ਵਾਸਤੇ ਅਪਲਾਈ ਕਰ ਸਕਣ। ਦੱਸਦੀਏ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਹੁਣ ਤੱਕ ਇਸ ਸਾਲ ਦੌਰਾਨ ਕਈ ਡਰਾਅ ਕੱਢੇ ਜਾ ਚੁੱਕੇ ਨੇ ਜਿਸ ਵਿੱਚ 10,500 ਇਨਵੀਟੇਸ਼ਨ ਦਿੱਤੇ ਜਾ ਚੁੱਕੇ ਹਨ। ਬ੍ਰਿਟਿਸ਼ ਕੋਲੰਬੀਆ PNP ਟੈਕ ਮਈ 2017 ਦੇ ਵਿੱਚ ਲਾਂਚ ਕੀਤਾ ਗਿਆ ਸੀ। ਇਸ ਨੂੰ ਸਭ ਤੋਂ ਪਹਿਲਾਂ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉੱਪਰ ਲਿਆਂਦਾ ਗਿਆ ਤੇ ਹੁਣ ਬਾਕੀ ਪ੍ਰੋਵਿੰਸਸ ਦੇ ਵਾਂਗ ਹੀ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਵੀ ਲਗਾਤਾਰ ਆਪਣੀ ਡਰਾਅ ਦਾ ਐਲਾਨ ਕੀਤਾ ਜਾ ਰਿਹਾ ਜਿਸ ਵਿੱਚ ਹਰ ਵਾਰ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੁੰਦੇ ਨੇ। ਜੋ ਤਾਜ਼ਾ ਡਰਾਅ ਕੱਢਿਆ ਗਿਆ ਉਸ ਵਿੱਚ 87 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ ਜਿਸ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਤੋਂ ਕੋਰੋਨਾ ਵਾਇਰਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਜਿੱਥੇ ਪ੍ਰੋਵਿੰਸ ਦੇ ਵੱਲੋਂ ਦੱਸਿਆ ਗਿਆ ਕਿ ਇੱਕ ਨਵੇਂ ਵੇਰੀਐਂਟ ਦੇ ਨਾਲ ਜੁੜਿਆ ਹੋਇਆ ਮਾਮਲਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਾਇਆ ਗਿਆ। ਜਿਹੜਾ ਨਵਾਂ ਹੀ ਕੋਰੋਨਾ ਦਾ ਰੂਪ ਸਾਹਮਣੇ ਆਇਆ ਇਹ ਡੈਲਟਾ ਵੇਰੀਐਂਟ ਦੇ ਨਾਲ ਹੀ ਜੁੜਿਆ ਹੋਇਆ ਹੈ। ਇਸ ਤੋਂ ਬਾਅਦ ਪ੍ਰੋਵਿੰਸ ਦੀ ਜਿਹੜੀ ਹੈਲਥ ਆਫੀਸਰ ਹੈ ਡਾਕਟਰ ਬੋਨੀ ਹੈਨਰੀ ਉਹਨਾਂ ਵੱਲੋਂ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਾਉਣ ਸੰਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਡਾਕਟਰ ਬੋਨੀ ਹੈਨਰੀ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਜਲਦ ਹੀ ਸ਼ੁਰੂਆਤ ਕੀਤੀ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਇੱਕ ਨਵੇਂ ਵੇਰੀਐਂਟ ਦੀ ਐਂਟਰੀ ਹੋਈ ਹੈ ਜਿਸ ਬਾਰੇ ਡਾਕਟਰ ਹੈਨਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ।
ਜੀ ਹਾਂ, ਬ੍ਰਿਟਿਸ਼ ਕੋਲੰਬੀਆ ਦੀ ਸਿਹਤ ਅਫਸਰ ਡਾਕਟਰ ਬੋਨੀ ਹੈਨਰੀ ਵੱਲੋਂ ਦੱਸਿਆ ਗਿਆ ਕਿ ਪ੍ਰੋਵਿੰਸ ਦੇ ਵਿੱਚ ਕੋਵਿਡ-19 ਦੇ ਇੱਕ ਨਵੇਂ ਵੇਰੀਐਂਟ ਦੀ ਐਂਟਰੀ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ AY4.2 ਡੈਲਟਾ ਵੇਰੀਐਂਟ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਡਾਕਟਰ ਬੋਨਰੀ ਦਾ ਕਹਿਣਾ ਹੈ ਕਿ ਇਹ ਵੇਰੀਐਂਟ ਡੈਲਟਾ ਵੇਰੀਐਂਟ ਦੇ ਨਾਲ ਹੀ ਸੰਬੰਧਿਤ ਹੈ। ਇਸ ਦੇ ਨਾਲ ਹੀ ਪ੍ਰੋਵਿੰਸ ਦੇ ਵੱਲੋਂ ਜੌਨਸਨ ਟੀਕੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਜੌਨਸਨ ਟੀਕਾ ਕਦੋਂ ਲਗਾਇਆ ਜਾਵੇਗਾ। ਡਾਕਟਰ ਬੋਨੀ ਹੈਨਰੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਜੌਨਸਨ ਐਂਡ ਜੌਨਸਨ ਦੀ ਕੋਵਿਡ-19 ਵੈਕਸੀਨ ਦੀ ਸਪਲਾਈ ਪ੍ਰੋਵਿੰਸ ਦੇ ਵਿੱਚ ਸ਼ੁਰੂ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੌਨਸਨ ਵੈਕਸੀਨ ਹਾਸਲ ਕਰਨ ਦੇ ਲਈ ਲੋਕ ਬੁਕਿੰਗ ਹਾਸਲ ਕਰ ਸਕਦੇ ਹਨ। ਇਸ ਤੋਂ ਪਹਿਲਾਂ ਪ੍ਰੋਵਿੰਸ ਤੋਂ ਜਾਣਕਾਰੀ ਸਾਹਮਣੇ ਆਈ ਸੀ ਕਿ ਪਹਿਲ ਦੇ ਆਧਾਰ ਦੇ ਉੱਪਰ ਜੌਨਸਨ ਦਾ ਟੀਕਾ ਹੈਲਥ ਵਰਕਰਸ ਨੂੰ ਲਗਾਇਆ ਜਾਵੇਗਾ, ਜਿਸ ਦਾ ਮਤਲਬ ਹੈ ਕਿ ਹੈਲਥ ਵਰਕਰਸ ਨੂੰ ਜੌਨਸਨ ਟੀਕਾ ਲਗਾਉਣ ਦੇ ਲਈ ਪ੍ਰਾਇਓਰਿਟੀ ਦਿੱਤੀ ਜਾਵੇਗੀ। ਡਾਕਟਰ ਬੋਨੀ ਹੈਨਰੀ ਦਾ ਕਹਿਣਾ ਹੈ ਕਿ ਜਿਹੜੇ ਜੌਨਸਨ ਟੀਕਾ ਹਾਸਲ ਕਰਨਾ ਚਾਹੁੰਦੇ ਨੇ ਉਹ ਲੋਕ ਬ੍ਰਿਟਿਸ਼ ਕੋਲੰਬੀਆ ਦੇ ਕਾਲ ਸੈਂਟਰ ਦੇ ਉੱਪਰ ਸੰਪਰਕ ਕਰਕੇ ਇਸ ਵੈਕਸੀਨ ਦੇ ਵਾਸਤੇ ਬੁਕਿੰਗ ਕਰਵਾ ਸਕਦੇ ਹਨ। ਦੱਸ ਦਈਏ ਕਿ ਫਿਲਹਾਲ ਇਸ ਪ੍ਰੋਵਿੰਸ ਨੂੰ ਜੌਨਸਨ ਟੀਕੇ ਦੀਆਂ 5000 ਡੋਜ਼ਸ ਹੀ ਪਹੁੰਚੀਆਂ ਹਨ। ਇਸ ਦੇ ਨਾਲ ਹੀ ਬੋਨੀ ਹੈਨਰੀ ਵੱਲੋਂ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਾਉਣ ਸੰਬੰਧੀ ਵੀ ਉਮੀਦ ਦਾ ਪ੍ਰਗਟਾਵਾ ਕੀਤਾ ਗਿਆ। ਡਾਕਟਰ ਬੋਨੀ ਦਾ ਕਹਿਣਾ ਹੈ ਕਿ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਸੂਬੇ ਦੇ ਵਿੱਚ ਵੈਕਸੀਨ ਲਗਾਉਣ ਦੀ ਜਲਦ ਸ਼ੁਰੂਆਤ ਕਰ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਹੈਲਥ ਕੈਨੇਡਾ ਜਿਵੇਂ ਇਸ ਟੀਕੇ ਨੂੰ ਮਾਨਤਾ ਦਿੰਦਾ ਹੈ, ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਹ ਵੈਕਸੀਨ ਲੱਗਣਾ ਸ਼ੁਰੂ ਹੋ ਜਾਵੇਗਾ। ਜਾਣਕਾਰੀ ਦੇ ਲਈ ਦੱਸ ਦਈਏ ਕਿ ਸਭ ਤੋਂ ਪਹਿਲਾਂ ਫਾਈਜ਼ਰ ਵੱਲੋਂ 5 ਸਾਲ ਤੋਂ 11 ਸਾਲ ਦੇ ਬੱਚਿਆਂ ਦੇ ਉੱਪਰ ਜੋ ਕਲੀਨਿਕਲ ਟ੍ਰਾਇਲ ਕਰਵਾਇਆ ਗਿਆ, ਉਸ ਦਾ ਡਾਟਾ ਹੈਲਥ ਕੈਨੇਡਾ ਨੂੰ ਭੇਜਿਆ ਗਿਆ। ਇਸ ਤੋਂ ਬਾਅਦ ਮੋਡਰਨਾ ਵੱਲੋਂ ਜੋ ਬੱਚਿਆਂ ਦੇ ਉੱਪਰ ਕੋਵਿਡ-19 ਵੈਕਸੀਨ ਦੇ ਨਾਲ ਜੁੜਿਆ ਹੋਇਆ ਟ੍ਰਾਇਲ ਕਰਵਾਇਆ ਗਿਆ, ਉਸ ਦੇ ਵਾਸਤੇ ਵੀ ਉਹਨਾਂ ਨੇ ਹੈਲਥ ਕੈਨੇਡਾ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਟੀਕੇ ਨੂੰ ਵੀ ਮਨਜ਼ੂਰੀ ਦਿੱਤੀ ਜਾਵੇ। ਐਬਸਫੋਰਡ ਦੇ ਵਿੱਚ ਜੋ ਕਈ ਹਿੱਸੇ ਹੜ੍ਹ ਦੇ ਕਾਰਨ ਪ੍ਰਭਾਵਿਤ ਹੋਏ ਨੇ, ਉੱਥੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਮੇਅਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇੱਥੇ ਕਈ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਤੇ ਅਜੇ ਵੀ ਟੀਮਸ ਉੱਥੇ ਮੌਜੂਦ ਹਨ, ਜਿਨ੍ਹਾਂ ਵੱਲੋਂ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਭਾਰੀ ਬਰਸਾਤ ਹੋਈ ਹੈ, ਉਸ ਦੇ ਕਾਰਨ ਕਈ ਹਿੱਸੇ ਪ੍ਰਭਾਵਿਤ ਹੋਏ। ਐਬਸਫੋਰਡ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਇੱਥੇ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ, ਉਸ ਵਿੱਚੋਂ 184 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਬਾਰੇ ਸਾਰੀ ਜਾਣਕਾਰੀ ਮੇਅਰ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਕਿਵੇਂ ਐਬਸਫੋਰਡ ਦੇ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ, ਉੱਥੇ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਆਫੀਸ਼ੀਅਲਸ ਦੇ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ 3 ਹੈਲੀਕਾਪਟਰਸ ਦੀ ਮਦਦ ਦੇ ਨਾਲ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ 11 ਰੈਸਕਿਊ ਟੀਮਸ ਬੋਟ ਦੇ ਉੱਪਰ ਵੀ ਸਨ। ਇਸ ਦੌਰਾਨ ਮੇਅਰ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਨ੍ਹਾਂ ਦੀ ਜ਼ੁਬਾਨੀ। I am in continuous contact with government leaders and appreciate their offers for full support as we continue to address this emergency and in our recovery, which is to come. The safety of Abbotsford residents remains everyone's priority. And I want to be very clear here. It was our decision not to activate the provincial alert ready system for the whole city of 162,000 people at that time, as we were aware we wanted to contact the directly contacting the 300 people who live in Sumas Prairie. And those 300 people all know that there's an emergency by just looking outside of their windows, so we didn't want to alarm the whole city. So I hope that clarifies, because a lot of people have been asking about that. Through the night, many volunteers, staff and contractors, and our partner organizations were able to build a dam, a road first in to get to the dam, to the pump station, and then build a dam to protect the pump station and buy us some time. And that has happened. Thanks. And I want to thank the volunteers who came out. I think there was roughly 300 people, retired firefighters, retired Army personnel, contractors, volunteers, mostly I think from the missions or the Chilliwack side, but I'm sure that there was also farmers in that mix. I know some of them, I don't know all of them, but I want to thank each and every one of you for doing what you did and coming to assist our staff. ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਰੇਟ ਕਾਫੀ ਹਾਈ ਹੈ। ਹੁਣ ਤੱਕ 85% ਤੋਂ ਵੱਧ ਆਬਾਦੀ ਜਾਣੀ ਕਿ ਕੈਨੇਡੀਅਨਸ ਫੁੱਲੀ ਵੈਕਸੀਨੇਟਡ ਹਨ। ਸੂਬਿਆਂ ਤੋਂ ਵੀ ਵੈਕਸੀਨੇਸ਼ਨ ਦੇ ਬਾਰੇ ਲਗਾਤਾਰ ਚੰਗੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਪ੍ਰੋਵਿੰਸਸ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਕੀ ਹਾਲਾਤ ਨੇ, ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਵਿੱਚ ਵੱਡੀ ਗਿਣਤੀ ਕੈਨੇਡੀਅਨਸ ਦੇ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਹੈ।
ਇੱਥੇ 85% ਤੋਂ ਵੱਧ ਕੈਨੇਡੀਅਨਸ ਅਜਿਹੇ ਹਨ ਜਿਹੜੇ ਇਸ ਸਮੇਂ ਫੁੱਲੀ ਵੈਕਸੀਨੇਟਡ ਨੇ ਤੇ ਪ੍ਰੋਵਿੰਸਸ ਦੇ ਵਿੱਚ ਵੀ ਵੈਕਸੀਨੇਸ਼ਨ ਰੇਟ ਕਾਫੀ ਹਾਈ ਹੈ। ਕਈ ਸੂਬਿਆਂ ਵੱਲੋਂ ਪ੍ਰੂਫ ਆਫ ਵੈਕਸੀਨੇਸ਼ਨ ਮੰਗਿਆ ਜਾ ਰਿਹਾ, ਜਿਸ ਤੋਂ ਬਾਅਦ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਪਹਿਲਾਂ ਦੇ ਮੁਕਾਬਲੇ ਹੋਰ ਵੀ ਲੋਕ ਅੱਗੇ ਆਏ ਨੇ ਤਾਂ ਕਿ ਉਹ ਕੋਵਿਡ-19 ਵੈਕਸੀਨ ਹਾਸਲ ਕਰਨ। ਕੈਨੇਡਾ ਦੇ ਵਿੱਚ ਇਸ ਸਮੇਂ 99.67% ਦੀ ਆਬਾਦੀ ਉਹ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਵਾਈ ਤੇ 85.75% ਦੀ ਆਬਾਦੀ ਫੁੱਲੀ ਵੈਕਸੀਨੇਟਡ ਹੈ। ਪ੍ਰੋਵਿੰਸਸ ਦੇ ਵਿੱਚ ਵੈਕਸੀਨੇਸ਼ਨ ਰੇਟ ਦੀ ਗੱਲ ਕੀਤੀ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 91.37%, ਐਲਬਰਟਾ 'ਚ 87.25%, ਸਸਕੈਚੁਆਨ ਦੇ ਵਿੱਚ 88.52%, ਮੈਨੀਟੋਬਾ ਦੇ ਵਿੱਚ 99.81%, ontario ਵਿੱਚ 99.4%, ਕਿਊਬੈਕ 'ਚ 99.69%, ਨਿਊ ਬਰਨਸਵਿਕ ਦੇ ਵਿੱਚ 93.13%, ਨੋਵਾ ਸਕੋਸ਼ੀਆ ਦੇ ਵਿੱਚ 93.13%, ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 96.46%, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ 97.32%, ਯੂਕੌਨ ਵਿੱਚ 84.3%, ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ 98.43%, ਨੁਨਾਵਤ ਦੇ ਵਿੱਚ 90.61% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਵਾਈ ਗਈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 87.36%, ਐਲਬਰਟਾ 'ਚ 81.59%, ਸਸਕੈਚੁਆਨ ਦੇ ਵਿੱਚ 82.35%, ਮੈਨੀਟੋਬਾ ਦੇ ਵਿੱਚ 86.51%, ontario 'ਚ 85.84%, ਕਿਊਬੈਕ 'ਚ 86.17%, ਨਿਊ ਬਰਨਸਵਿਕ ਦੇ ਵਿੱਚ 86.67%, ਨੋਵਾ ਸਕੋਸ਼ੀਆ ਦੇ ਵਿੱਚ 88.45%, ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 91.78%, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ 91.18%, ਯੂਕੌਨ 'ਚ 90.71%, ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ 93.64%, ਨੁਨਾਵਤ ਦੇ ਵਿੱਚ 79.81% ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਦੇ ਵਿੱਚ ਕੀ ਬਣੇ ਹੋਏ ਹਨ ਕੋਰੋਨਾ ਵਾਇਰਸ ਦੇ ਹਾਲਾਤ, ਸੂਬਿਆਂ ਤੋਂ ਕਿੰਨੇ ਮਾਮਲੇ ਦਰਜ ਕੀਤੇ ਗਏ, ਦੱਸਾਂਗੇ ਤੁਹਾਨੂੰ ਇਸ ਖਬਰ ਦੇ ਵਿੱਚ। ontario ਤੋਂ 24 ਘੰਟਿਆਂ ਦੌਰਾਨ 512 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ ਇਨ੍ਹਾਂ 24 ਘੰਟਿਆਂ ਦੌਰਾਨ 12 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਪ੍ਰੋਵਿੰਸ ਵਿੱਚ ਹੁਣ ਤੱਕ ਕੁੱਲ 6,08,718 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਜਿਹੜੇ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ, ਇਨ੍ਹਾਂ ਵਿੱਚ 250 ਅਨਵੈਕਸੀਨੇਟਡ, 19 ਪਾਰਸ਼ਲੀ ਵੈਕਸੀਨੇਟਡ ਤੇ 202 ਫੁੱਲੀ ਵੈਕਸੀਨੇਟਡ ਸ਼ਾਮਲ ਹਨ। ਟੋਰਾਂਟੋ ਤੋਂ 24 ਘੰਟਿਆਂ ਦੌਰਾਨ 54, ਸਿਮਕੋ ਤੋਂ 49, ਆਟਵਾ ਤੋਂ 43, ਵਿੰਡਸਰ ਤੋਂ 38 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਕਾਰਨ 9,950 ਮੌਤਾਂ ਹੋ ਗਈਆਂ। ਵੈਕਸੀਨੇਸ਼ਨ ਦੇ ਬਾਰੇ ਜਾਣਕਾਰੀ ਜੋ ਹਾਸਿਲ ਹੋਈ ਹੈ, ਉਸ ਦੇ ਮੁਤਾਬਕ 85.6% ਆਬਾਦੀ ontario ਵਿੱਚ ਫੁੱਲੀ ਵੈਕਸੀਨੇਟਡ ਹੈ ਤੇ 88.8% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਿਲ ਕੀਤੀ ਗਈ। ontario ਵਿੱਚ ਰਿਕਵਰਡ ਕੇਸਿਸ ਦਾ ਅੰਕੜਾ 5,94,027 ਹੈ ਤੇ ਐਕਟਿਵ ਕੇਸਿਸ ਦੀ ਗਿਣਤੀ 4,741 ਦੱਸੀ ਗਈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 718 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ ਇਨ੍ਹਾਂ 24 ਘੰਟਿਆਂ ਦੌਰਾਨ ਕੋਈ ਵੀ ਮੌਤ ਇਸ ਵਾਇਰਸ ਦੇ ਕਾਰਨ ਨਹੀਂ ਹੋਈ। ਹੁਣ ਤੱਕ ਸੂਬੇ ਵਿੱਚ ਕੁੱਲ 4,36,084 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,548 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਹਸਪਤਾਲ ਵਿੱਚ 195 ਮਰੀਜ਼ ਹਨ, ਜਿਨ੍ਹਾਂ ਵਿੱਚੋਂ 47 ਇੰਟੈਂਸਿਵ ਕੇਅਰ ਅਧੀਨ ਨੇ। ਇਸ ਪ੍ਰੋਵਿੰਸ ਦੇ ਵਿੱਚ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਵਾਈ ਗਈ ਤੇ 87% ਆਬਾਦੀ ਉਹ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਿਲ ਕੀਤੀਆਂ ਹਨ, ਜਿਸ ਦਾ ਮਤਲਬ ਹੈ ਕਿ ਇਸ ਸਮੇਂ ਪ੍ਰੋਵਿੰਸ ਦੇ ਵਿੱਚ 87% ਆਬਾਦੀ ਫੁੱਲੀ ਵੈਕਸੀਨੇਟਡ ਹੈ। ਕੈਨੇਡਾ 'ਚ ਹੁਣ ਤੱਕ ਕੁੱਲ 1.7 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 29,415 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਐਕਟਿਵ ਕੇਸਿਸ ਦੀ ਗਿਣਤੀ 23,748 ਹੈ, ਜਿਨ੍ਹਾਂ ਵਿੱਚੋਂ 23,203 ਮਾਈਲਡ ਕੰਡੀਸ਼ਨ ਅਤੇ 545 ਸੀਰੀਅਸ ਕੰਡੀਸ਼ਨ ਦੇ ਵਿੱਚ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਰਿਕਵਰਡ ਕੇਸਿਸ ਦਾ ਅੰਕੜਾ 1.7 ਮਿਲੀਅਨ ਤੋਂ ਵੱਧ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਦੇ ਉੱਪਰ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੜ੍ਹ ਕਾਰਨ ਲੋਕ ਪ੍ਰਭਾਵਿਤ, ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਿਹਾ ਲੰਗਰ ਤਿਆਰ, ਸਰਕਾਰ ਵੀ ਮਦਦ ਭੇਜਣ ਦੇ ਲਈ ਹੋਈ ਤਿਆਰ। ਯਾਤਰੀਆਂ ਦੀ ਮੰਗ ਹੋਈ ਪੂਰੀ, PCR ਟੈਸਟ ਤੋਂ ਮਿਲ ਸਕਦੀ ਹੈ ਰਾਹਤ। ਟਰੂਡੋ ਦਾ 9 ਸੂਬਿਆਂ ਦੇ ਨਾਲ ਹੋਇਆ ਕਰਾਰ, ਟਰੂਡੋ ਨੇ ਚਾਈਲਡ ਕੇਅਰ ਬਾਰੇ ਚੁੱਕਿਆ ਕਦਮ। ਕੈਨੇਡਾ 'ਚ ਮਹਿੰਗਾਈ ਦਰ ਦੇ ਟੁੱਟੇ ਰਿਕਾਰਡ, 18 ਸਾਲਾਂ ਬਾਅਦ ਹੁਣ ਹੋਇਆ ਰਿਕਾਰਡ ਵਾਧਾ। ਖਬਰਾਂ ਦੇ ਇਸ ਬੁਲੇਟਿਨ
ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।